ਜੇ ਤੁਹਾਡੀ ਜਨਤਾ ਨਹੀਂ ਪੇਟ ਭਰ ਪਾ ਰਹੀ ਤਾਂ ਤੁਸੀਂ ਆਪ ਪੈਸੇ ਖਾ ਕੇ ਵੀ ਕਿੱਥੇ ਨੂੰ ਚਲੇ ਜਾਓਗੇ। ਤੇ ਤੁਸੀਂ ਫਾਰਮਰਸ ਦੇ ਹੱਕ ਵਿੱਚ ਇੱਕ ਲਾਅ ਬਣਾਇਆ ਕਿਉਂ? ਉਹਨਾਂ ਨੇ ਤਾਂ ਮੰਗਿਆ ਨਹੀਂ ਤੁਹਾਡੇ ਕੋਲੋਂ। ਉਧਰ US ਵਿੱਚ ਜੋ ਹੈ ਵਾਸ਼ਿੰਗਟਨ 'ਚ ਉਹਦਾ ਤਾਂ ਤੁਸੀਂ ਟਵੀਟ 2 ਮਿੰਟ 'ਚ ਪਾਤਾ ਵੀ ਹਾਂ ਦੈਟਸ ਰੋਂਗ ਵਗੈਰਾ ਵਗੈਰਾ। ਤੁਹਾਨੂੰ ਆਪਣੇ ਬਜ਼ੁਰਗ ਨਹੀਂ ਦਿਖਦੇ, ਤੁਹਾਨੂੰ ਆਪਣੇ ਫਾਰਮਰ ਨਹੀਂ ਦਿਖਦੇ ਜਿਹਦੇ ਕਰਕੇ ਤੁਹਾਨੂੰ ਖਾਣਾ ਮਿਲਿਆ। ਉਹ ਤਾਂ ਕਹਿੰਦੇ ਆ ਸਾਡੇ ਵਾਲੇ ਕਿਸਾਨਾਂ ਨੂੰ ਫਾਇਦਾ ਹੋ ਰਿਹਾ, ਅਸੀਂ ਤਾਂ ਕਹਿੰਦੇ ਆ ਜੇ ਤੁਹਾਡੇ ਵਾਲਿਆਂ ਨੂੰ ਫਾਇਦਾ ਹੋ ਰਿਹਾ ਤਾਂ ਤੁਸੀਂ ਪਹਿਲਾਂ ਇਹਨੂੰ ਗੁਜਰਾਤ ਲੈ ਜਾਓ, ਅਸੀਂ ਤੁਹਾਡੇ ਕੋਲ ਮੰਗ ਕੇ ਲੈ ਲਾਂਗੇ ਜੇ ਵਧੀਆ ਕਾਨੂੰਨ ਹੋਇਆ। ਇਹਦਾ ਹੱਲ ਇਹਨਾਂ ਨੂੰ ਕੱਢਣਾ ਹੀ ਪੈਣਾ, ਬਿੱਲ ਇਹਨਾਂ ਨੂੰ ਵਾਪਸ ਲੈਣੇ ਪੈਣੇ ਆ, ਨਹੀਂ ਤਾਂ 26 ਤਰੀਕ ਨੂੰ ਅਸੀਂ ਬਰਾਤ ਲੈ ਕੇ ਆ ਰਹੇ ਹਾਂ। ਰਹੀ ਗੱਲ ਫੰਡਿੰਗ ਦੀ, ਫੰਡਿੰਗ ਅਸੀਂ ਖੁੱਲ੍ਹ ਕੇ ਕਹਿੰਦੇ ਆ ਕਿ ਸਾਡੇ ਭਰਾ ਸਾਨੂੰ ਭੇਜਦੇ, ਉੱਥੇ ਸਰਕਾਰਾਂ ਭੇਜਦੀਆਂ ਨੇ ਸਾਨੂੰ ਫੰਡਿੰਗ, ਕਿਤੇ ਲੱਕ ਦੂਰੇ ਹੋ ਜਾਂਦੇ ਸਾਡੇ ਫੰਡਿੰਗ ਇਹਨਾਂ ਨੇ ਅੱਜ ਕੱਲ੍ਹ ਝੰਡਾ ਬਣਾਇਆ ਜਿਹਨੂੰ ਫੰਡਿੰਗ ਆਉਂਦੀ। ਫੰਡਿੰਗ ਜਦੋਂ ਹੋਰ ਕਿਤੇ ਭੀੜਾਂ ਪੈਂਦੀਆਂ ਉਦੋਂ ਅਸੀਂ ਫਰਿਸ਼ਤੇ ਹੋ ਜਾਂਦੇ ਆ। मैं कहना चाहूँगा कि शहर भी तुम्हारा है, सरकार भी तुम्हारा है। शहर भी तुम्हारा है, सरकार भी तुम्हारा है। तुम झूठ को सच लिख दो, अखबार भी तुम्हारा है। और गमों का दौर और नहीं चलने वाला, गमों का दौर और नहीं चलने वाला, खून मजलूम और नहीं बहने वाला। इन अंधेरों का जिगर चीर कर नूर आएगा। तू अगर फिरौन है तो मूसा भी ज़रूर आएगा। ਸਤਿ ਸ਼੍ਰੀ ਅਕਾਲ, ਮੈਂ ਹਾਂ ਸੱਜਣ ਸਿੰਘ ਸੈਣੀ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਬੀਜੇਪੀ ਦੇ ਲੀਡਰਾਂ ਨੂੰ ਇੱਕ ਅੱਜ ਵਿਸ਼ੇਸ਼ ਅਸੀਂ ਖਬਰ ਦਿਖਾ ਰਹੇ ਹਾਂ ਗਾਜੀਪੁਰ ਬਾਰਡਰ ਤੋਂ, ਜਿਹੜੇ ਕਹਿੰਦੇ ਆ ਕਿ ਕਿਸਾਨਾਂ ਦੀ ਲੜਾਈ ਆ, ਬਾਕੀ ਲੋਕ ਇਹਦੇ ਵਿੱਚ ਸ਼ਾਮਲ ਨਹੀਂ ਹੋ ਰਹੇ, ਸਿਰਫ ਕਿਸਾਨ ਰੌਲਾ ਪਾ ਰਹੇ ਨੇ। ਉਹ ਵੀ ਕੁਝ ਅਖੌਤੀ ਕਿਸਾਨ ਦੱਸ ਰਹੇ ਆ ਉਹਨਾਂ ਕਿਸਾਨਾਂ ਨੂੰ। ਤੇ ਅੱਜ ਗਾਜੀਪੁਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਆਮ ਲੋਕ ਵੀ ਜਿਹੜੇ ਕਿਸਾਨਾਂ ਦਾ ਦਰਦ ਜਾਣਦੇ ਆ ਉਹ ਵੀ ਇਸ ਕਿਸਾਨਾਂ ਦੀ ਰੈਲੀ ਦੇ ਵਿੱਚ ਸ਼ਹਿਰਾਂ ਤੋਂ ਸ਼ਾਮਲ ਹੋ ਰਹੇ ਆ। ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਗਾਜੀਪੁਰ ਬਾਰਡਰ ਤੇ ਦਿੱਲੀ ਤੋਂ ਜਿਹੜਾ ਹੈਗਾ ਬੁਲਟ ਮੋਟਰਸਾਈਕਲਾਂ ਤੇ ਜਿਹੜੇ ਹੈਗੇ ਭੈਣਾਂ ਤੇ ਵੀਰਾਂ ਵੱਲੋਂ ਇੱਕ ਰੈਲੀ ਕੱਢੀ ਗਈ ਆ। ਗਾਜੀਪੁਰ ਬਾਰਡਰ ਤੇ ਪਹੁੰਚੇ, ਗੱਲ ਵੀ ਕਰਦੇ ਇਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਜੀ? ਟਵਿੰਕਲ। ਤੁਹਾਡੀ ਵੀ ਜ਼ਮੀਨ ਜਾ ਰਹੀ ਹੈ ਮੋਦੀ ਸਾਹਿਬ ਦੇ ਕਾਨੂੰਨਾਂ ਦੇ ਵਿੱਚ ਕਿ ਵੈਸੇ ਕਿਸਾਨਾਂ ਦੇ ਹੱਕ ਚ ਆਏ ਹੋ? ਨਹੀਂ ਅਸੀਂ ਸਪੋਰਟ ਕਰਨ ਆਏ ਆ। ਤੇ ਮੋਦੀ ਸਾਹਿਬ ਕਹਿੰਦੇ ਬਾਕੀਆਂ ਨੂੰ ਤਾਂ ਕੋਈ ਦਿੱਕਤ ਨਹੀਂ ਹੈ, ਸਿਰਫ ਕਿਸਾਨਾਂ ਨੂੰ ਦਿੱਕਤ ਆ, ਉਹ ਵੀ ਅਖੌਤੀ ਕਿਸਾਨਾਂ ਨੂੰ ਦਿੱਕਤ ਹੈ ਕਹਿ ਰਹੇ ਹੋ। ਨਹੀਂ ਸਭ ਪ੍ਰੋਬਲਮ ਅਗਰ ਇੱਕ ਨੂੰ ਹੈ ਤੇ ਸਭ ਨੂੰ ਹੀ ਹੈ, ਬਿਕਾਜ਼ ਹਰ ਚੀਜ਼ ਕਨੈਕਟਡ ਹੈ। ਅਗਰ ਕਿਸਾਨ ਹੋਏਗੀ ਤੇ ਡੈਫੀਨੇਟਲੀ ਕਾਮਨ ਮੈਨ ਨੂੰ ਤੇ ਹੋਏਗੀ। ਤੇ ਬੀਜੇਪੀ ਦੇ ਮੰਤਰੀ ਆ ਮੋਦੀ ਸਾਹਿਬ ਕਿਉਂ ਨਹੀਂ ਸਮਝ ਰਹੇ ਗੱਲ? ਫਿਰ ਦੇਖੋ ਇਹ ਤੇ ਹੁਣ ਸਮਝਣਾ ਚਾਹੀਦਾ, ਬਿਕਾਜ਼ ਇਟਸ ਇਨ ਹਾਈ ਟਾਈਮ, ਬਹੁਤ ਟਾਈਮ ਲੱਗ ਗਿਆ ਸਮਝਣ 'ਚ, ਔਰ ਇਸ ਤੋਂ ਜ਼ਿਆਦਾ ਟਾਈਮ ਲੱਗੇਗਾ ਤੇ ਪ੍ਰੋਬਲਮ ਕਾਮਨ ਮੈਨ ਲਈ ਹੀ बढ़ेगी और किसी ਨੂੰ ਸ਼ਾਇਦ ਇੰਨਾ ਸਫਰ ਨਾ ਕਰਨਾ ਪਏ। ਫਾਰਮਰਸ ਔਰ ਕਾਮਨ ਮੈਨ ਜ਼ਿਆਦਾ ਸਫਰ ਕਰਨਗੇ। ਜੇ ਤੁਹਾਡਾ ਪੜੋਸੀ ਕਹੇ ਤੁਸੀਂ ਆਈਸਕ੍ਰੀਮ ਖਾ ਲਓ ਸਰਦੀ ਦੇ ਵਿੱਚ, ਤੁਸੀਂ ਕਹਿੰਦੇ ਮੈਨੂੰ ਨਹੀਂ ਚਾਹੀਦੀ, ਮੈਨੂੰ ਜ਼ਰੂਰੀ ਜ਼ਬਰਦਸਤੀ ਖਿਲਾਵੇ, ਤੇ ਲਿਆਓਗੇ ਤੁਸੀਂ ਫਿਰ? ਨਹੀਂ ਕਿਉਂ ਲਾਵਾਂਗੇ? ਤੇ ਕਿਸਾਨ ਇਹੀ ਕਹਿ ਰਹੇ ਜ਼ਬਰਦਸਤੀ ਸਾਡੇ ਤੇ ਕਾਨੂੰਨ ਥੋਪ ਰਿਹਾ ਹੈ, ਤੇ ਉਹ ਕਹਿੰਦੇ ਸਹੀ ਹੈ ਕਾਨੂੰਨ ਬਹੁਤ ਵਧੀਆ। इसीलिए तो सब लोग इधर सपोर्ट करन आए हैं ना उन्होंने, कि हर कोई समझ रहा है प्रॉब्लम, इन्हों पॉलिटिकल मुद्दा ना बना के एटलीस्ट एक जो सफ़र कर रहे उन्हों दी समझे और सुने। ਸੁਣਨ ਦੀ ਗੱਲ ਕੀਤੀ ਹੈ, ਮੋਦੀ ਸਾਹਿਬ ਮਨ ਦੀ ਬਾਤ ਸੁਣਾਉਂਦੇ ਸਾਰਿਆਂ ਨੂੰ, ਤੇ ਕਿਸਾਨ ਕਹਿੰਦੇ ਕਿਸਾਨਾਂ ਦੇ ਮਨ ਦੀ ਬਾਤ ਨਹੀਂ ਸੁਣਦੇ। ਤੁਸੀਂ ਵੀ ਸੁਣੀ ਹੋਣੀ ਮਨ ਦੀ ਬਾਤ, ਕਿਵੇਂ ਦੇਖਦੇ ਹੋ ਉਸ ਮਨ ਦੀ ਬਾਤ ਨੂੰ? जी सुनी तो है, गल्लां ते कुछ ठीक ही होंदी है, इन्नी वो नहीं है, लेकिन है जो हुण इशू है इत्ते भी गल करनी चाहिए है। ਇਸ ਇਸ਼ੂ ਤੇ ਗੱਲ ਕਿਉਂ ਨਹੀਂ ਕਰਦੇ? ਤੁਸੀਂ ਕੀ ਸਮਝਦੇ ਹੋ ਕਿ ਕਾਰਨ ਕੀ ਹੈ, ਉਹਨਾਂ ਨੂੰ ਦਿੱਕਤ ਕੀ ਹੈ? दिक्कत है कि वो फॉल बैक नहीं करना चाह रहे शायद, इस करके। ਤੇ ਅਡਾਨੀਆਂ ਬਾਨੀਆਂ ਦਾ ਵੀ ਰੋਲ ਆ ਰਿਹਾ ਵਿੱਚ, ਉਹਨੂੰ ਕਿਵੇਂ ਦੇਖਦੇ ਹੋ? जी उस बारे नहीं मैनू इन्नी नॉलेज है। ਇਹ ਕਾਨੂੰਨ ਬਣਾਏ ਕਿਹਦੇ ਫਾਇਦੇ ਵਾਸਤੇ, ਇਹਨਾਂ ਤਾਂ ਪਤਾ ਹੋਣਾ ਹੈ। किसान दे फायदे लिए है, बट फायदा हो नहीं रहा उन्होंने, ते चेंजेस करने चाहिए अगर फायदा चाहते हैं तो थोड़े बहुत चेंजेस ते दोनों साइड तो होने चाहिए। ਤੁਹਾਡਾ ਕੀ ਨਾਮ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਸ਼ਪ੍ਰੀਤ ਕੌਰ। ਤੇ ਤੁਹਾਡੀ ਵੀ ਜ਼ਮੀਨ ਜਮੂਨ ਖੋਈ ਜਾ ਰਹੀ ਹੈ ਇਸ ਕਾਨੂੰਨਾਂ 'ਚ? ਹਾਂਜੀ, ਮੇਰੇ ਨਾਨਾ ਜੀ, ਮੇਰੇ ਦਾਦਾ ਜੀ, ਮੈਂ ਪਿੰਡ ਤੋਂ ਹੈ ਰੋਪੜ ਤੋਂ, ਐਂਡ ਮੈਂ ਫਾਰਮਰਸ ਦੀ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ। ਤੁਸੀਂ ਤਾਂ ਸਾਡੇ ਇਲਾਕੇ ਦੇ, ਅਸੀਂ ਵੀ ਰੋਪੜ ਤੋਂ ਹੀ ਹਾਂ ਜੀ। ਤੇ ਅੱਛਾ, ਤੁਸੀਂ ਰੈਲੀ ਕੱਢੀ ਆ, ਤੁਸੀਂ ਵੀ ਚੰਗੀ ਤਰ੍ਹਾਂ ਬਖੂਬੀ ਸਮਝਦੇ ਹੋ ਜਿਹੜਾ ਕਾਨੂੰਨ ਲਾਗੂ ਕੀਤਾ ਜਾ ਰਿਹਾ, ਕੀ ਮੰਨਦੇ ਹੋ ਕਿਉਂ ਅੜੀ ਹੋਈ ਸਰਕਾਰ ਇਹ ਕਾਨੂੰਨ ਲਾਗੂ ਕਰਨ ਤੇ? ਪੈਸੇ ਖਾਣੇ ਚਾਹੁੰਦੇ ਹੈ ਜੀ, ਬਸ ਇਹਨਾਂ ਨੂੰ ਇਹ ਲੱਗਦਾ ਹੈ ਵੀ ਜੇ ਇਹਨਾਂ ਨੇ ਅੰਬਾਨੀ ਅਡਾਨੀ ਨੂੰ ਸਪੋਰਟ ਕਰਤਾ ਬਿਕੋਜ਼ ਉਹਨਾਂ ਨੂੰ ਉੱਧਰ ਤੋਂ ਪੈਸੇ ਮਿਲ ਰਹੇ ਹੈ, ਕੱਲ੍ਹ ਨੂੰ ਜੇ ਉੱਥੇ ਪੈਸੇ ਮਿਲ ਵੀ ਗਏ, ਅਨਾਜ ਤਾਂ ਤੁਹਾਨੂੰ ਫਾਰਮਰਸ ਨੇ ਦੇਣਾ ਹੈ,
ਖਾਣਾ ਨਹੀਂ ਹੋਊਗਾ ਤੁਸੀਂ ਪੈਸਿਆਂ ਦਾ ਕੀ ਕਰੋਗੇ? ਕਿੱਥੇ ਨੂੰ ਜਾ ਕੇ ਆਪਣਾ ਪੇਟ ਨਹੀਂ ਭਰ ਪਾਓਗੇ? ਜੇ ਤੁਹਾਡੀ ਜਨਤਾ ਨਹੀਂ ਪੇਟ ਭਰ ਪਾ ਰਹੀ ਤਾਂ ਤੁਸੀਂ ਆਪ ਪੈਸੇ ਖਾ ਕੇ ਵੀ ਕਿੱਥੇ ਨੂੰ ਚਲੇ ਜਾਓਗੇ? ਅਨਾਜ ਤੋਂ ਦੂਸਰੀ ਗੱਲ ਅੱਗੇ ਇਹ ਵੀ ਹੈ ਕਿ ਵੋਟਾਂ ਤਾਂ ਇਹਨਾਂ ਲੋਕਾਂ ਨੇ ਪਾਈਆਂ, ਅਡਾਨੀਆਂ ਬਾਨੀਆਂ ਤੇ ਥੋੜੀਆਂ ਵੋਟਾਂ ਹੋਣੀਆਂ, ਜ਼ਿਆਦਾ ਵੋਟ ਤਾਂ ਆਮ ਲੋਕਾਂ ਨੇ ਪਾਈ, ਫਿਰ ਇਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਇੱਦਾਂ ਹੈ ਜੀ, ਜਦੋਂ ਇਲੈਕਸ਼ਨ ਆਉਂਦੇ ਨੇ ਮਨ ਕੀ ਬਾਤ ਬੋਲ ਕੇ ਵੀ ਅਸੀਂ ਤੁਹਾਡੇ ਹੱਕ 'ਚ ਖੜੇ ਹੋਵਾਂਗਾ ਤੇ ਮੈਂ ਤੁਹਾਡੇ ਲਈ ਇਹ ਕਰਾਂਗਾ, ਮੈਂ ਤੁਹਾਡੇ ਲਈ ਉਹ ਕਰਾਂਗਾ, ਉਸ ਟਾਈਮ ਤੇ ਹਰ ਪੋਲੀਟੀਕਲ ਲੀਡਰ ਅੱਗੇ ਆ ਜਾਂਦਾ ਹੈ। ਇਕੱਲਾ ਮੋਦੀ ਨਹੀਂ, ਹਰ ਕੋਈ ਆਉਂਦਾ ਹੈ। ਜਦੋਂ ਲਾਸਟ ਟਾਈਮ ਲੋਕਾਂ ਨੇ ਵੋਟ ਕੀਤੀਆਂ, ਇੰਨਾ ਸਾਰਾ ਲੋਕਾਂ ਨੇ ਸਪੋਰਟ ਦਿਖਾਇਆ, ਤਾਂ ਉਹਨੂੰ ਇੱਦਾਂ ਚਾਹੀਦਾ ਸੀ ਵੀ ਅਸੀਂ ਫਾਰਮਰਸ ਦੀ ਸੁਣੀਏ। ਐਟਲੀਸਟ ਫਾਰਮਰਸ ਲਈ ਤੁਸੀਂ ਇੱਕ ਲਾਅ ਬਣਾਤਾ, ਫਾਰਮਰਸ ਦੀ ਤੁਸੀਂ ਪੁੱਛੀ ਵੀ ਨਹੀਂ, ਸੁਣੀ ਵੀ ਨਹੀਂ, ਤੇ ਤੁਸੀਂ ਫਾਰਮਰਸ ਦੇ ਹੱਕ ਵਿੱਚ ਇੱਕ ਲਾਅ ਬਣਾਇਆ ਕਿਉਂ? ਉਹਨਾਂ ਨੇ ਤਾਂ ਮੰਗਿਆ ਨਹੀਂ ਤੁਹਾਡੇ ਕੋਲੋਂ। ਮੋਦੀ ਸਾਹਿਬ ਮਨ ਦੀ ਬਾਤ ਸੁਣਾਉਂਦੇ ਹੁੰਦੇ, ਅੱਜ ਤੁਸੀਂ ਮੋਦੀ ਸਾਹਿਬ ਨੂੰ ਮਨ ਦੀ ਬਾਤ ਦੇ ਰਾਹੀਂ ਕਹੋ, ਕੁਛ ਹੋ ਸਕਦਾ ਤੁਹਾਡੀ ਗੱਲ ਪਹੁੰਚ ਜਾਵੇ ਉਹਨਾਂ ਦੇ। ਮਨ ਦੀ ਬਾਤ ਮੈਂ ਮੋਦੀ ਜੀ ਦੀ ਸੁਣਿਆ ਨਹੀਂ ਹੈ ਇੰਨੀ, ਨਾ ਮੈਂ ਸੁਣਨਾ ਚਾਹੁੰਦੀ। ਤੁਸੀਂ ਆਪਣੇ ਮਨ ਦੀ ਬਾਤ। ਮੇਰੀ ਮਨ ਦੀ ਬਾਤ ਆਈ ਆ ਵੀ ਜੇ ਫਾਰਮਰਸ ਇੰਨੇ ਅੱਜ ਸੜਕਾਂ ਤੇ ਸੋ ਰਹੇ ਨੇ, ਤੁਸੀਂ ਆਪ ਦੇਖੋ ਇੰਨੇ ਸਾਰੇ ਬਜ਼ੁਰਗ ਸਾਡੇ ਵੱਡੇ ਇੱਥੇ ਆ ਕੇ ਸੌਂਦੇ ਨੇ ਠੰਡ 'ਚ, ਉੱਤੋਂ ਮੀਂਹ ਪੈ ਰਿਹਾ ਹੈ, ਸਾਡਾ ਸਪੋਰਟ ਪੂਰਾ ਹੈ, ਬਟ ਸਟਿਲ ਜਿੰਨੇ ਵੀ ਲੰਗਰ ਲਾਏ ਨੇ ਰਾਤ ਨੂੰ ਫਿਰ ਵੀ ਉਹਨਾਂ ਨੂੰ ਠੰਡ 'ਚ ਸੌਣਾ ਪੈਂਦਾ ਹੈ, ਮੀਂਹਾਂ 'ਚ ਉਹਨਾਂ ਨੇ ਦਿਨ ਕੱਢੇ ਆ। ਜੇ ਤੁਸੀਂ ਉਹ ਦੇਖ ਕੇ ਵੀ ਤੁਹਾਡੇ ਰੂਹ 'ਚ ਕੁਛ ਨਹੀਂ ਹੋਇਆ ਵੀ ਸਾਡੇ ਵੱਡੇ ਬਜ਼ੁਰਗ ਇੱਥੇ ਆ ਕੇ ਸੋ ਰਹੇ ਨੇ ਸੜਕਾਂ ਤੇ ਅਸੀਂ ਉੱਥੇ ਬੈੱਡਾਂ ਤੇ ਸੋ ਰਹੇ ਨੇ, ਫਿਰ ਵੀ ਤੁਸੀਂ ਜੇ ਕਿਸਾਨਾਂ ਦੀ ਨਹੀਂ ਸੁਣ ਰਹੇ, ਉਧਰ US ਵਿੱਚ ਜੋ ਹੈ ਵਾਸ਼ਿੰਗਟਨ 'ਚ, ਉਹਦਾ ਤਾਂ ਤੁਸੀਂ ਟਵੀਟ 2 ਮਿੰਟ 'ਚ ਪਾਤਾ ਵੀ ਹਾਊ ਦੈਟਸ ਰੋਂਗ ਵਗੈਰਾ ਵਗੈਰਾ। ਤੁਹਾਨੂੰ ਆਪਣੇ ਬਜ਼ੁਰਗ ਨਹੀਂ ਦਿਖਦੇ, ਤੁਹਾਨੂੰ ਆਪਣੇ ਫਾਰਮਰ ਨਹੀਂ ਦਿਖਦੇ ਜਿਹਦੇ ਕਰਕੇ ਤੁਹਾਨੂੰ ਖਾਣਾ ਮਿਲਿਆ। ਤਾਂ ਸ਼ੇਮ ਔਨ ਯੂ ਜੇ ਤੁਸੀਂ ਨਹੀਂ ਦੇਖ ਸਕਦੇ ਵੀ ਤੁਹਾਡੇ ਵੱਡੇ ਬਜ਼ੁਰਗ ਤੁਹਾਡੇ ਲਈ ਕਿੰਨਾ ਕੰਮ ਕਰਦੇ ਨੇ ਦਿਨ ਰਾਤ, ਔਰ ਤੁਹਾਨੂੰ ਜਿਹੜਾ ਅੱਜ ਖਾਣਾ ਮਿਲਦਾ ਹੈ, ਜਿਹੜੇ ਤੁਸੀਂ 5 ਸਟਾਰ ਹੋਟਲਸ 'ਚ ਵੀ ਜਾਂਦੇ ਹੋ, ਉੱਥੇ ਵੀ ਖਾਣਾ ਤੁਹਾਡੇ ਫਾਰਮਰਸ ਤੋਂ ਹੀ ਆਉਂਦਾ ਹੈ। ਸਤਿ ਸ਼੍ਰੀ ਅਕਾਲ। ਸੋਇਆ ਜਾਗਦੀ ਜ਼ਮੀਰ ਵਾਲੇ ਲੋਕ ਜਿਹੜੇ ਦਿੱਲੀ ਦੇ ਵਿੱਚ ਰਹਿੰਦੇ ਆ, ਬੀਜੇਪੀ ਦੇ ਲੀਡਰ ਕਹਿੰਦੇ ਸਿਰਫ ਅਖੌਤੀ ਕਿਸਾਨ ਇਹ ਸੰਘਰਸ਼ ਚਲਾ ਰਿਹਾ, ਇਹ ਜਾਗਦੀ ਜ਼ਮੀਰ ਵਾਲੇ ਲੋਕ ਆ। ਹਾਲਾਂਕਿ ਸੜਕਾਂ ਰੁਕੀਆਂ ਹੋਈਆਂ ਪਰ ਇਹਨਾਂ ਨੂੰ ਕੋਈ ਦਿੱਕਤ ਨਹੀਂ ਆ, ਇਹ ਸਮਝਦੇ ਕਿਸਾਨਾਂ ਦਾ ਦਰਦ, ਤੇ ਅੱਜ ਇਹਨਾਂ ਨੇ ਆਪਣੇ ਮਨ ਦੀ ਬਾਤ ਵੀ ਸੁਣਾਈ ਹੈ, ਮੋਦੀ ਸਾਹਿਬ ਨੂੰ ਸੁਣਨੀ ਚਾਹੀਦੀ ਆ। ਸਤਿ ਸ਼੍ਰੀ ਅਕਾਲ ਭਾਜੀ, ਕੀ ਨਾਮ ਜੀ? ਜੀ ਮੇਰਾ ਨਾਮ ਅਮਰੀਕ ਸਿੰਘ ਹੈ ਜੀ। ਸਰ ਅੱਜ ਤੁਸੀਂ ਮੋਦੀ ਸਾਹਿਬ ਨੂੰ ਮਨ ਦੀ ਬਾਤ ਸੁਣਾਓ, ਤੁਹਾਡੇ ਮਨ ਕੀ ਕਹਿ ਰਿਹਾ ਹੈ? ਦੇਖੋ ਮੇਰਾ ਮਨ ਤੇ ਆ ਕਹਿੰਦਾ ਹੈ, ਕਿਉਂਕਿ ਜਿਹੜੇ ਆ ਕਿਸਾਨ ਆਏ ਆ, ਅਸੀਂ ਉਸ ਕੌਮ ਦੇ ਵਾਰਸ ਆ ਜਿਨ੍ਹਾਂ ਗੁਰੂ ਨਾਨਕ ਦੇਵ ਜੀ ਨੇ ਆਪ ਹੱਥੀਂ ਖੇਤੀ ਕੀਤੀ ਹੈਗੀ ਆ, ਤੇ ਸਾਨੂੰ ਕਹਿੰਦੇ ਜੀ ਤੁਹਾਡਾ ਖੇਤੀ ਨਾਲ ਦਿੱਲੀ ਵਾਲਿਆਂ ਦਾ ਤਾਂ ਕੋਈ ਲੈਣ ਦੇਣ ਹੀ ਨਹੀਂ ਹੈਗਾ, ਲੇਕਿਨ ਸਾਡੇ ਜਿਹੜੇ ਵੱਡ ਵਡੇਰੇ ਆ ਪਿੱਛੋਂ ਉਹ ਖੇਤੀ ਹੋਈ ਕਰਦੇ ਆਏ ਆ, ਤੇ ਅਸੀਂ ਉਹਨਾਂ ਨਾਲ ਖੜੇ ਆ, ਕਿਉਂਕਿ ਸਾਡੀ ਸਪੋਰਟ ਹੋਣੀ ਉਹਨਾਂ ਨੂੰ ਬੜੀ ਜ਼ਰੂਰੀ ਹੈ। ਕਿਉਂਕਿ ਸਾਡਾ ਬੇਸ਼ੱਕ ਮੇਰਾ ਖੇਤੀ ਨਾਲ ਕੋਈ ਲੈਣ ਦੇਣ ਨਹੀਂ ਹੈ, ਲੇਕਿਨ ਮੈਨੂੰ ਪਤਾ ਹੈ ਜੇ ਮੇਰੇ ਘਰ ਆਉਣਾ ਆਊਗਾ, ਉਹ ਜੇ ਕਿਸਾਨ ਖੇਤੀ ਕਰੂਗਾ ਤਾਂ ਹੀ ਉਹ ਆਊਗਾ। ਜੇ ਕੱਲਾ ਮੇਰੇ ਕੋਲ ਪੈਸਾ ਹੋਊਗਾ, ਮੈਂ ਪੈਸੇ ਨਾਲ ਖਾਲੀ ਰੋਟੀ ਨਹੀਂ ਲੈ ਕੇ ਆ ਸਕਦਾ ਜੀ, ਜਦ ਕੋਈ ਉਗਾਊਗਾ ਹੀ ਨਹੀਂ, ਕਿੱਥੋਂ ਲੈ ਕੇ ਆਵਾਂਗੇ ਅਸੀਂ ਫਸਲਾਂ, ਕਿੱਥੋਂ ਕੀ ਕਰਾਂਗੇ? ਤੇ ਇੱਥੋਂ ਇਹ ਜਿਹੜੇ ਮੋਦੀ ਸਰਕਾਰ ਹੈ, ਇਹ ਅੰਬਾਨੀਆਂ ਨੂੰ ਪੂਰਾ ਸਪੋਰਟ ਕਰ ਰਹੀ ਹੈ, ਕਿਉਂਕਿ ਅੰਬਾਨੀ ਇਹਨਾਂ ਨੂੰ ਇਲੈਕਸ਼ਨ ਲੜਨ ਲਈ ਫੰਡ ਦਿੰਦਾ, ਉਹ ਇਹਨਾਂ ਦੇ ਪੈਸੇ ਨਾਲ ਖੇਲਦੇ ਆ। ਇੱਥੇ ਜਿੰਨਾ ਕਿਸਾਨ ਤੁਹਾਨੂੰ ਨਜ਼ਰ ਆ ਰਿਹਾ, ਉਹਨਾਂ ਨੂੰ ਤਾਂ ਨਜ਼ਰ ਹੀ ਨਹੀਂ ਆ ਰਿਹਾ। ਉਹ ਤਾਂ ਕਹਿੰਦੇ ਆ ਸਾਡੇ ਵਾਲੇ ਕਿਸਾਨਾਂ ਨੂੰ ਫਾਇਦਾ ਹੋ ਰਿਹਾ, ਅਸੀਂ ਤਾਂ ਕਹਿੰਦੇ ਆ ਜੇ ਤੁਹਾਡੇ ਵਾਲਿਆਂ ਨੂੰ ਫਾਇਦਾ ਹੋ ਰਿਹਾ ਤਾਂ ਤੁਸੀਂ ਪਹਿਲਾਂ ਇਹਨੂੰ ਗੁਜਰਾਤ ਲੈ ਜਾਓ, ਅਸੀਂ ਤੁਹਾਡੇ ਕੋਲ ਮੰਗ ਕੇ ਲੈ ਲਾਂਗੇ ਜੇ ਵਧੀਆ ਕਾਨੂੰਨ ਹੋਇਆ। ਲੇਕਿਨ ਆਪਣੇ ਉੱਥੇ ਨਹੀਂ ਕਰਦੇ ਪਏ, ਇਹ ਸਾਨੂੰ ਜ਼ਬਰਦਸਤੀ ਦੇ ਰਹੇ ਆ, ਕਿਉਂਕਿ ਇਹ ਦੇਖ ਰਿਹਾ ਕਿ ਇੱਥੇ ਲੰਗਰ ਲਾਇਆ ਜਾ ਰਿਹਾ, ਸਭ ਕੁਝ ਲਾਇਆ ਜਾ ਰਿਹਾ, ਇਹਨਾਂ ਕੋਲ ਕਿੱਥੋਂ ਪੈਸਾ ਆ ਰਿਹਾ? ਸਾਡੇ ਕੋਲ ਸਾਡੇ ਹੀ ਭਰਾ ਸਾਨੂੰ ਫੰਡਿੰਗ ਕਰ ਰਹੇ ਆ। ਕੋਈ ਵੀ ਜੇ ਅਸੀਂ ਇੰਨੇ ਸ਼ਮਤਮ ਹੈਗੇ ਕਿ ਕਿਸੇ ਨਾਲ ਦੇ ਬੰਦੇ ਨੂੰ ਵੀ 2 ਰੋਟੀਆਂ ਖਵਾ ਸਕਦੇ ਆ, ਤੇ ਆ ਤਾਂ ਫਿਰ ਸਾਡਾ ਪਰਿਵਾਰ ਆਇਆ, ਤੇ ਸਾਨੂੰ ਤੇ ਇਹਨਾਂ ਦੀ ਸਪੋਰਟ ਮਿਲੀ ਹੈ, ਹਰਿਆਣਾ ਦੀ ਸਪੋਰਟ ਮਿਲੀ, ਉੱਤਰਾਖੰਡ ਵਾਲਿਆਂ ਦੀ ਸਪੋਰਟ ਮਿਲੀ, ਬਿਹਾਰ ਦੇ ਵਿੱਚ ਵੀ ਅੰਦੋਲਨ ਚਾਲੂ ਹੋ ਗਿਆ, ਉੱਥੇ ਇਹਨਾਂ ਨੇ ਲਾਠੀਆਂ ਨਾਲ ਕੁੱਟਿਆ। ਇਹ ਕੋਈ ਹੱਲ ਨਹੀਂ ਹੈ, ਇਹਦਾ ਹੱਲ ਇਹਨਾਂ ਨੂੰ ਕੱਢਣਾ ਹੀ ਪੈਣਾ, ਬਿੱਲ ਇਹਨਾਂ ਨੂੰ ਵਾਪਸ ਲੈਣੇ ਪੈਣੇ ਆ, ਨਹੀਂ ਤਾਂ 26 ਤਰੀਕ ਨੂੰ ਅਸੀਂ ਬਰਾਤ ਲੈ ਕੇ ਆ ਰਹੇ ਹਾਂ। ਠੀਕ ਹੈ, ਤੇ ਅਸੀਂ ਬਰਾਤ ਵੀ ਕੱਢਾਂਗੇ, ਜਾਗੋ ਇਹਨਾਂ ਨੂੰ ਪਹਿਲਾਂ ਦਿਖਾਤੀ ਹੈ, ਟ੍ਰੇਲਰ ਵੀ ਇਹਨਾਂ ਨੂੰ ਅਸੀਂ ਦਿਖਾਤੇ ਆ। ਭਾਜੀ ਕੋਟ ਪੈਂਟ ਸਵਾ ਲਿਆ ਫਿਰ 26 ਵਾਸਤੇ? ਕੋਟ ਪੈਂਟ ਤੇ ਲੋੜ ਹੀ ਨਹੀਂ, ਅਸੀਂ ਤਾਂ ਪੇਂਡੂ ਬੰਦੇ ਆ, ਕੁਝ ਵੀ ਪਾ ਕੇ ਆ ਜਾਾਂਗੇ, ਸਾਡੇ ਤਾਂ ਉਹ ਵੀ ਜੱਚਦਾ ਹੈ ਜੀ। ਕੋਟ ਪੈਂਟ ਤੇ ਬੜੀ ਬੜੇ, ਕੋਟ ਪੈਂਟ ਦੀ ਸਾਨੂੰ ਲੋੜ ਹੀ ਨਹੀਂ, ਅਸੀਂ ਤਾਂ ਤਿਆਰੀ ਕਰ ਰਹੇ ਹਾਂ 26 ਜਨਵਰੀ ਦੀ। ਅੱਜ ਵੀ ਅਸੀਂ ਪ੍ਰੈਕਟਿਸ ਵਾਸਤੇ ਆਏ ਸੀ, ਕਹਿੰਦੇ ਮੋਟਰਸਾਈਕਲਾਂ ਵਾਲੇ ਵੀ ਆਉਂਦੇ ਆ, ਤੇ ਮੋਟਰਸਾਈਕਲਾਂ ਵਾਲੇ ਵੀ ਦੇਖਿਆ ਹੋਏਗਾ ਤੁਸੀਂ, ਲਾਸਟ ਦੇ ਵਿੱਚ ਮਾੜੀ ਜੀ ਪਰੇਡ ਕੱਢਦੇ ਆ ਮੋਟਰਸਾਈਕਲਾਂ ਵਾਲੇ। ਸਾਹਾ ਚਿੱਠੀ ਤਾਂ ਨਹੀਂ ਲੈ ਕੇ, ਸਾਹਾ ਚਿੱਠੀ ਕਹਿੰਦੇ ਕਿ ਜਿਹੜੀ? ਨਹੀਂ ਜੀ, ਉਹ ਹਜੇ ਥੋੜੇ ਦਿਨ ਚ ਸਾਹ ਛਿੱਟੀ ਦਾਂਗੇ ਇਹਨਾਂ ਨੂੰ ਅਸੀਂ, ਤੇ ਅਸੀਂ ਤੇ ਹੁਣ ਟ੍ਰੇਲਰ ਦੇ ਵਿੱਚ ਆ, ਟ੍ਰੇਲਰ ਦਿਖਾ ਰਹੇ ਹਾਂ, ਅਸੀਂ ਵੀ ਆਪਣੀ ਪ੍ਰੈਕਟਿਸ ਕਰ ਰਹੇ ਹਾਂ,
ਲੱਗੇ ਹੋਏ ਆ ਪੂਰੇ ਜੋਰਾ ਸ਼ੋਰਾ ਨਾਲ, ਬਿੱਲ ਵਾਪਸ ਕਰਾ ਕੇ ਜਾਵਾਂਗੇ ਤੇ ਭਾਜੀ ਵੀ ਦੇ ਕੇ ਜਾਵਾਂਗੇ ਨਾਲ ਦੀ ਨਾਲ ਹੀ ਲੋਕਾਂ ਨੂੰ। ਸੋ ਬਿਲਕੁਲ 26 ਤਰੀਕ ਨੂੰ ਜੋ ਕਿਸਾਨਾਂ ਨੇ ਵਿਆਹ ਰੱਖਿਆ ਹੋਇਆ ਦਿੱਲੀ ਦੇ ਨਾਲ, ਉਸਦੀਆਂ ਤਿਆਰੀਆਂ ਪੂਰੀਆਂ, ਦਿੱਲੀ ਵਾਸੀ ਵੀ ਜਿਹੜੇ ਹੈਗੇ ਇਸ ਵਿਆਹ ਦੇ ਵਿੱਚ ਸ਼ਾਮਲ ਹੋਣ ਲਈ ਪੂਰੀਆਂ ਤਿਆਰੀ ਕਰੀ ਫਿਰਦੇ ਆ। ਬੁਲਟ ਮੋਟਰਸਾਈਕਲ ਚਮਕਾਏ ਹੋਏ ਆ, ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਦਿੱਲੀ ਤੋਂ ਅੱਜ ਉਸ ਬਰਾਤ ਦੀਆਂ ਤਿਆਰੀਆਂ ਚੱਲ ਰਹੀਆਂ, ਗੱਲਬਾਤ ਚੱਲ ਰਹੀ ਦੋਨੇ ਪਾਸੇ ਤੋਂ। 26 ਤਰੀਕ ਦੀ ਤਿਆਰੀ, ਹੋ ਸਕਦਾ ਕੇਂਦਰ ਸਰਕਾਰ 15 ਤਰੀਕ ਨੂੰ ਇਸ ਮਾਮਲੇ ਦੇ ਵਿੱਚ ਕੋਈ ਫੈਸਲਾ ਲੈ ਕੇ ਕਿਸਾਨਾਂ ਦੇ ਹੱਕ ਵਿੱਚ ਕਰ ਦੇਵੇ, ਪਰ ਲੱਗਦਾ ਨਹੀਂ ਹੈ ਕਿਉਂਕਿ ਲਗਾਤਾਰ ਜਿਸ ਤਰ੍ਹਾਂ ਬਿਆਨ ਆ ਰਹੇ ਬੀਜੇਪੀ ਮੰਤਰੀਆਂ ਦੇ ਕਿ ਕਾਨੂੰਨ ਨਹੀਂ ਰੱਦ ਕਰਾਂਗੇ, ਸੋਧ ਕਰਵਾ ਲਓ, ਪਰੰਤੂ ਕਿਸਾਨ ਕਹਿੰਦੇ ਸੋਧ ਨਹੀਂ, ਅਸੀਂ ਤਾਂ ਬਿੱਲ ਵਾਪਸ ਕਰਵਾ ਕੇ ਜਾਵਾਂਗੇ। ਤੇ ਮੈਨੂੰ ਲੱਗਦਾ ਨਹੀਂ ਕਿ 15 ਤਰੀਕ ਨੂੰ ਮਸਲਾ ਹੱਲ ਹੋਣਾ। 26 ਦਾ ਜਿਹੜਾ ਵਿਆਹ ਸਾਰਿਆਂ ਨੇ ਦੇਖਣੀ ਹੈ ਹੁਣ। ਤੇ ਅੱਜ ਕਿਸਾਨ ਕਿਤੇ ਕਾਫੀ ਇਕੱਠੇ ਹੋਇਆ, ਇਹਨਾਂ ਦੇ ਮਨ ਦੀ ਬਾਤ ਜਿਹੜੀ ਹੈਗੀ ਆ ਥੋੜੀ ਜਿਹੀ ਹੋਰ ਸੁਣਾਉਂਦੇ ਆ। ਹੋਰ ਕਿਸੇ ਨੇ ਆਪਣੇ ਮਨ ਦੀ ਬਾਤ ਕਰਨੀ ਹੋਵੇ ਜੀ ਦੱਸ ਸਕਦਾ ਜੀ, ਕੋਈ ਹੈਗਾ ਜੀ? ਹਾਂਜੀ ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਤੁਸੀਂ? ਇਹ ਕਹਿਣਾ ਚਾਹੁੰਦਾ ਜੀ, ਜਿਹੜੇ ਅਡਾਨੀ ਅੰਬਾਨੀ ਨੇ ਉਹ ਲੜ ਰਹੇ ਇਸ ਟਾਈਮ 100 ਰੁਪਏ ਆਟਾ 100 ਰੁਪਏ ਕਿਲੋ ਆਟਾ ਵੇਚਣ ਵਾਸਤੇ। ਜਿਹੜੇ ਆਪਣੇ ਭਰਾ ਕਿਸਾਨ ਨੇ ਉਹ 20 ਰੁਪਏ ਆਟਾ ਕਿਲੋ 20 ਰੁਪਏ ਕਿਲੋ ਆਟਾ ਵੇਚਣ ਲਈ ਲੜ ਰਹੇ ਨੇ। ਸੋ ਇਹਨਾਂ ਦੀ ਮੱਤ ਤੇ ਪੜਦਾ ਪੈ ਚੁੱਕਿਆ ਆ। ਮੋਦੀ ਨੂੰ ਨਚਾ ਰਹੇ ਆ ਅਡਾਨੀ ਅੰਬਾਨੀ। ਮੋਦੀ ਉਹਦੇ ਮਨ 'ਚ ਕੁਝ ਨਹੀਂ ਹੈਗਾ, ਜੋ ਉਹਦੇ ਦਿਮਾਗ 'ਚ ਅਡਾਨੀ ਅੰਬਾਨੀ ਭਰਦੇ ਨੇ ਉਹੀ ਉਹ ਬੋਲਦਾ ਆ। ਰਹੀ ਗੱਲ ਫੰਡਿੰਗ ਦੀ, ਫੰਡਿੰਗ ਅਸੀਂ ਖੁੱਲ੍ਹ ਕੇ ਕਹਿੰਦੇ ਆ ਕਿ ਸਾਡੇ ਭਰਾ ਸਾਨੂੰ ਭੇਜਦੇ, ਉੱਥੇ ਸਰਕਾਰਾਂ ਭੇਜਦੀਆਂ ਨੇ ਸਾਨੂੰ ਫੰਡਿੰਗ, ਕਿਤੇ ਲੱਕ ਦੂਰੇ ਹੋ ਜਾਂਦੇ ਸਾਡੇ ਮੁੰਡਿਆਂ ਦੇ। ਮੈਂ ਤੁਹਾਡੀ ਗੱਲ ਕੱਟਾਂਗਾ, ਫੰਡਿੰਗ ਵਾਲੀ ਗੱਲ ਨੂੰ ਕਿਸਾਨ ਕਹਿੰਦੇ ਤੁਸੀਂ ਧਰਨੇ ਲਾ ਕੇ ਦੇਖ ਲਓ, ਤੁਸੀਂ ਫੰਡਿੰਗ ਕਰਾ ਕੇ ਦੇਖ ਲਓ, ਕਹਿੰਦੇ ਤੁਹਾਨੂੰ ਤਾਂ ਪਿੰਡਾਂ 'ਚ ਵੜ ਨਹੀਂ ਇਹ ਦਿੰਦੇ। ਕਹਿੰਦੇ ਆ ਜੀ ਜਿੰਨੀ ਆਰਗੇਨਾਈਜ਼ ਹੈ ਇਹਨਾਂ ਨੂੰ ਕਾਂਗਰਸ ਕਰਦੀ ਆ। ਮੈਂ ਕਹਿੰਦਾ ਸ਼ਰਮ ਨਾਲ ਡੁੱਬ ਕੇ ਮਰ ਜਾਓ। ਜੇ 50 ਸੀਟ ਵਾਲਾ ਬੰਦਾ ਇੰਨਾ ਇਕੱਠ ਕਰ ਸਕਦਾ, 303 ਸੀਟਾਂ ਵਾਲਾ ਤਾਂ ਡੁੱਬ ਕੇ ਮਰ ਜੇ। ਫੰਡਿੰਗ ਇਹਨਾਂ ਨੇ ਅੱਜ ਕੱਲ੍ਹ ਝੰਡਾ ਬਣਾਇਆ ਜਿਹਨੂੰ ਫੰਡਿੰਗ ਆਉਂਦੀ। ਜਦੋਂ ਹੋਰ ਕਿਤੇ ਭੀੜਾਂ ਪੈਂਦੀਆਂ ਉਦੋਂ ਅਸੀਂ ਫਰਿਸ਼ਤੇ ਹੋ ਜਾਂਦੇ ਆ। ਉਹ ਉਹੀ ਕਹਿੰਦੇ, ਕਿਸਾਨ ਕਹਿੰਦੇ ਤੁਹਾਨੂੰ ਤਾਂ ਲੋਕ ਪਿੰਡਾਂ 'ਚ ਨਹੀਂ ਵੜਨ ਦਿੰਦੇ, ਤੁਸੀਂ ਫੰਡਿੰਗ ਕਰਾ ਕੇ ਦੇਖ ਲਓ, ਤੁਹਾਨੂੰ ਲੱਗਦਾ ਫੰਡਿੰਗ। ਖੁੱਲ੍ਹ ਕੇ ਕਹਿੰਦੇ ਆ ਜੀ ਸਾਨੂੰ ਫੰਡਿੰਗ ਆਉਂਦੀ ਆ। ਕਿਸ ਦਾ ਭਰਾ ਬਾਹਰ ਬੈਠਾ, ਕਿਸ ਦਾ ਯਾਰ ਮਿੱਤਰ ਬਾਹਰ ਬੈਠਾ, ਕਿਸ ਦਾ ਪਿਓ ਬਾਹਰ ਬੈਠਾ। ਜਦੋਂ ਉਹ ਦੇਖਦੇ ਇੱਥੇ ਇੰਨਾ ਕੁਝ ਹੁੰਦਾ, ਅਗਲੇ ਫੋਨ ਮਾਰਦੇ ਕੀ ਚਾਹੀਦਾ ਜੀ ਦੱਸੋ, ਕੋਈ ਬਿਨਾਂ ਪੁੱਛੇ ਭੇਜਦੇ ਆ। ਆਪਣੇ ਪਿੱਛੇ ਹੀ ਕਮਾ ਰਹੇ, ਆਪਣੇ ਪਿੱਛੇ ਕਮਾ ਰਹੇ। ਉਹ ਦੂਜਾ ਉਹ ਇੱਥੋਂ ਹੀ ਗਏ ਨੇ, ਕਿਸੇ ਦਾ ਪਿਓ ਬੈਠਾ ਇੱਥੇ, ਕਿਸੇ ਦਾ ਚਾਚਾ ਬੈਠਾ, ਕਿਸੇ ਦਾ ਭਰਾ ਬੈਠਾ। ਦੂਜਾ ਸਿੱਖ ਕੌਮ ਆ, ਉਹ ਜਿੱਥੇ ਵੀ ਭੀੜ ਪੈਂਦੀ ਆ ਹਮੇਸ਼ਾ ਅੱਗੇ ਹੋ ਕੇ ਵੱਧਦੇ ਆ। ਅੱਜ ਉਹਨਾਂ ਦੇ ਆਪਣੇ ਬੈਠਿਆ ਕਿਉਂ ਨਹੀਂ ਆਉਣਗੇ? ਔਰ ਦੂਜੀ ਗੱਲ ਇੱਥੇ ਕਿ ਜਥਾਬੰਦੀ ਬੈਠੀ ਆ, ਜੇ ਉਹਨਾਂ ਦੇ ਨਾਲ 50 ਬੰਦੇ ਨੇ, ਲੰਗਰ 150 ਬੰਦੇ ਦਾ ਬਣਦਾ, ਜਿਹੜਾ ਕਿ ਆਲੇ ਦਾਲੇ ਦਾ ਖਾਂਦਾ ਆ। ਸੋ ਇੱਥੇ ਖਾਣ ਪੀਣ ਦੀ ਕੋਈ ਕਮੀ ਨਹੀਂ। ਦੂਜਾ ਇਹਨਾਂ ਨੂੰ ਖਾਣ ਪੀਣ ਪੈਂਟਾਂ ਸ਼ਰਟਾਂ ਦੇਖਦੀਆਂ ਨੇ। ਮੈਂ ਕਹਿੰਦਾ ਇੱਕ ਰਾਤ ਕੱਟ ਕੇ ਦਿਖਾ ਦੇਣ ਜਿਹੜੇ ਮੋਦੀ ਭਗਤ ਨੇ ਇੱਥੇ ਆ ਕੇ, ਜੋ ਕਹਿਣਗੇ ਉਹ ਕਰੂੰਗਾ ਮੈਂ। ਬਿਲਕੁਲ ਜੀ, ਅੱਜ ਅਸੀਂ ਗੱਲ ਘੱਟ ਕਰਨੀ ਹੈ, ਲੋਕਾਂ ਦੇ ਮਨ ਦੀ ਬਾਤ ਸੁਣਨੀ ਹੈ ਜੀ। ਹੋਰ ਕੋਈ? ਹਾਂਜੀ, ਕਿੱਥੋਂ ਆਏ ਜੀ, ਕਿੱਥੋਂ ਆਏ ਜੀ? ਆਜੋ ਇੱਧਰ ਨੂੰ ਆਜੋ। ਤੁਹਾਡਾ ਮਨ ਕੀ ਕਹਿੰਦਾ? ਅੱਜ ਤੁਸੀਂ ਆਪਣੇ ਮਨ ਦੀ ਬਾਤ ਸੁਣਾਓ ਸਰਕਾਰ ਨੂੰ। सरदार सबसे सत श्रीकाल आप लोगों को। सबसे पहले जो मोदी गवर्नमेंट की तरफ से कैबिनेट मंत्री वगैरह स्टेटमेंट दे रहे हैं कि फंडिंग हो रही है, तो मैं उनको याद दिलाना चाहूँगा कोरोना काल में सरकार पूरी तरह सरेंडर कर चुकी थी। उस वक्त दिल्ली के अंदर की बात कर रहा हूँ, गुरुद्वारा कमेटी के जरिए स्कूल में लंगर भेजा गया, घरों घर लंगर भेजा गया। पर डे 4 लाख पीपल्स को फूड हायर कर रहे थे आपके गुरुद्वारा कमेटी के जरिए। और जितने हमारे सिख कम्युनिटी भाई हमारे हैं, उस लंगर के लिए भी फंडिंग हुई थी बाहर से, तब तो बोला नहीं फंडिंग हो रही है। तो वही तो मैं सरकार से पूछना चाहता हूँ, उस वक्त सरकार की वॉइस क्यों नहीं रेस हुई? उसके मंत्री वगैरह को बोलना चाहिए फंडिंग कहाँ से आ रही है, जब आप फेल थे पूरी तरह से। मैं कहना चाहूँगा कि शहर भी तुम्हारा है, सरकार भी तुम्हारा है। शहर भी तुम्हारा है, सरकार भी तुम्हारा है। तुम झूठ को सच लिख दो, अखबार भी तुम्हारा है। और गमों का दौर और नहीं चलने वाला, गमों का दौर और नहीं चलने वाला, खून मजलूम और नहीं बहने वाला। इन अंधेरों का जिगर चीर कर नूर आएगा। तू अगर फिरौन है तो मूसा भी ज़रूर आएगा। ਸੋ ਬਿਲਕੁਲ ਕਿਸਾਨਾਂ ਦੇ ਹੌਸਲੇ ਬੁਲੰਦ ਨੇ। ਦਿੱਲੀ ਤੋਂ ਲਗਾਤਾਰ ਰੈਲੀਆਂ ਕੱਢੀਆਂ ਜਾ ਰਹੀਆਂ। ਜਿਹੜੇ ਮੰਤਰੀ ਕਹਿ ਰਹੇ ਆ ਕਿ ਸਿਰਫ ਪੰਜਾਬ ਦੇ ਕਿਸਾਨ ਰੌਲਾ ਪਾ ਰਹੇ ਆ, ਉਹਨਾਂ ਨੂੰ ਤਸਵੀਰਾਂ ਦਿਖਾ ਰਹੇ ਆ। ਪੰਜਾਬ ਨੇ ਚਿਣਕ ਜ਼ਰੂਰ ਜਗਾਈ ਆ, ਕਿਉਂਕਿ ਪੰਜਾਬ ਦੇ ਲੋਕ ਨਾ ਜ਼ੁਲਮ ਸਹਿੰਦੇ ਆ, ਨਾ ਜ਼ੁਲਮ ਕਰਦੇ ਆ। ਪੰਜਾਬ ਹਮੇਸ਼ਾ ਜੋ ਸ਼ੁਰੂਆਤ ਕੀਤੀ ਹੈ, ਇਸ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਪੰਜਾਬ ਨੇ ਸ਼ੁਰੂਆਤ ਕੀਤੀ ਆ, ਪਰ ਪੰਜਾਬ ਦੇ ਭਰਾ ਅੱਜ ਪੂਰੇ ਦੇਸ਼ ਦੇ ਕਿਸਾਨ ਨਾਲ ਖੜੇ ਨੇ, ਦਿੱਲੀ ਦੇ ਲੋਕ ਨਾਲ ਖੜੇ ਨੇ। ਤੇ 26 ਨੂੰ ਜਿਹੜਾ ਵਿਆਹ ਰੱਖਿਆ ਉਹਦੀ ਬਰਾਤ ਦੀਆਂ ਵੀ ਤਿਆਰੀਆਂ, ਤੇ ਲੋਕਾਂ ਨੇ ਆਪਣੇ ਮਨ ਦੀ ਬਾਤ ਵੀ ਸੁਣਾਈ ਆ। ਤੇ ਅੱਜ ਮਨ ਦੀ ਬਾਤ ਜ਼ਰੂਰ ਸੁਣਨੀ ਚਾਹੀਦੀ ਹੈ। ਸਰਕਾਰਾਂ ਨੂੰ ਲੋਕਾਂ ਦੇ ਮਨ ਦੀ ਬਾਤ ਆਪਣੇ ਮਨ ਦੀ ਸੁਣਾਉਂਦੀਆਂ ਰਹਿੰਦੀਆਂ, ਚੰਗੀ ਗੱਲ ਆ, ਸੁਣਾਉਣੀ ਚਾਹੀਦੀ ਆ, ਪਰ ਲੋਕਾਂ ਦੇ ਮਨ ਦੀ ਵੀ ਸੁਣਨੀ ਚਾਹੀਦੀ ਆ। ਲੋਕ ਚਾਹੁੰਦੇ ਕੀ ਆ? ਜ਼ਬਰਦਸਤੀ ਕਿਸੇ ਤੇ ਕਾਨੂੰਨ ਥੋਪਣਾ ਚੰਗੀ ਗੱਲ ਨਹੀਂ ਹੁੰਦੀ। ਜੇ ਸਰਕਾਰ 15 ਤਰੀਕ ਨੂੰ ਕਾਨੂੰਨ ਵਾਪਸ ਲੈ ਲੈਂਦੀ ਹੈ ਤਾਂ ਕਿਸਾਨਾਂ ਦਾ ਕਹਿੰਦਾ ਬਹੁਤ ਵਧੀਆ, ਕਿਸਾਨਾਂ ਦਾ ਕਹਿਣਾ। ਨਹੀਂ ਤਾਂ 26 ਤਰੀਕ ਦਾ ਜੋ ਵਿਆਹ ਰੱਖਿਆ ਹੋਇਆ ਦਿੱਲੀ ਨੂੰ ਵਿਆਹਣ ਦਾ, 19ਵੀਂ ਵਾਰੀ ਜਿਹੜੀ ਹੈਗੀ ਦਿੱਲੀ ਜਿੱਤੀ ਜਾਣੀ ਹੈ। 18 ਵਾਰੀ ਪਹਿਲਾਂ ਜਿੱਤੀ ਚੁੱਕੇ ਆ ਕਹਿੰਦੇ, ਤੇ 19 ਵਾਰੀ ਜਿਹੜਾ ਹੈਗਾ ਹੁਣ ਦਿੱਲੀ ਨੂੰ ਜਿੱਤ ਕੇ ਜਾਵਾਂਗੇ। ਗੱਲ ਦਿੱਲੀ ਨੂੰ ਜਿੱਤਣ ਦੀ ਨਹੀਂ ਹੈ, ਗੱਲ ਅਣਖ ਦੀ ਹੈ, ਗੱਲ ਕਣਕ ਦੀ ਨਹੀਂ, ਗੱਲ ਅਣਖ ਦੀ ਆਈ ਹੋਈ ਆ ਹੁਣ। ਤੇ 26 ਤਰੀਕ ਨੂੰ ਜੋ
ਦਿੱਲੀ ਦੇ ਵਿੱਚ ਇਤਿਹਾਸ ਰਚਿਆ ਜਾਣਾ ਹੈ ਕਿਸਾਨਾਂ ਵੱਲੋਂ, ਉਹ ਦੇਖਣਯੋਗ ਹੋਵੇਗਾ। ਸਭ ਨੂੰ ਅਸੀਂ ਅਪੀਲ ਕਰਦੇ ਹਾਂ ਇਸ ਵਿਆਹ ਦੇ ਵਿੱਚ ਜ਼ਰੂਰ ਪਹੁੰਚੋ। ਕਾਰਡ ਸਭ ਦੇ WhatsApp ਤੇ ਪਹੁੰਚ ਗਿਆ, ਸੋਸ਼ਲ ਮੀਡੀਆ ਤੇ ਵੀ ਪਏ ਹੋਇਆ। ਤੇ ਹੁਣ ਦੇਖਦੇ ਹਾਂ ਕਿ 26 ਤਰੀਕ ਨੂੰ ਕੀ ਮਾਹੌਲ ਬਣਦਾ, ਕਿ ਸਰਕਾਰ ਝੁਕ ਜਾਂਦੀ ਹੈ 15 ਤਰੀਕ ਨੂੰ। ਇਹ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਵੇਗਾ। ਆਕਾਸ਼ ਮਾਈ ਦੇ ਨਾਲ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ, ਗਾਜੀਪੁਰ ਬਾਰਡਰ।